थर्ड क्वेश्चन बच्चों अपना फिल इन दी ब्लैंक्स है, खाली स्थान भरो। ये भी 1 नंबर का है, ये भी बड़ा स्कोरिंग सैक्शन होता है। चलो स्टार्ट करते हैं। पहला क्वेश्चन है ये वैन ग्राफ्स ऑफ 2 लीनियर इक्वेशनस इंटरसैक्ट दैन पेयर ऑफ लीनियर इक्वेशन इज। ਜਦੋਂ ਦੋ ਸਮੀਕਰਨਾਂ ਦੇ ਆਲੇਖ ਮਤਲਬ ਗ੍ਰਾਫ ਆਪਸ ਵਿੱਚ ਕੱਟਣ ਤਾਂ ਸਮੀਕਰਨਾਂ ਦਾ ਜੋੜਾ ਡੈਸ਼ ਹੋਵੇਗਾ। ਮਤਲਬ ਕਿ ਜਦ ਦੋ ਲਾਈਨ ਆਪਸ ਦੇ ਵਿੱਚ ਕੱਟ ਰਹੀਆਂ ਹੋਣ ਤਾਂ ਇਹ ਕੱਟਵੀਆਂ ਰੇਖਾਵਾਂ ਨੂੰ ਆਪਾਂ ਕੀ ਕਵਾਂਗੇ। ਪਹਿਲਾ ਹੈਗਾ ਆਪਣੇ ਕੋਲ ਕੋਇਨਸੀਡੈਂਟ। ਇਹ ਕੋਇਨਸੀਡੈਂਟ ਨਹੀਂ ਹੁੰਦਾ ਬੱਚੇ, ਕੋਇਨਸੀਡੈਂਟ ਮਤਲਬ ਕਿ ਸੰਪਾਤੀ ਉਹ ਰੇਖਾਵਾਂ ਹੁੰਦੀਆਂ ਹਨ ਜਿਹੜੀਆਂ ਇੱਕ ਦੂਜੇ ਦੇ ਉੱਤੇ ਆ ਜਾਂਦੀਆਂ ਨੇ, ਇਹਨੂੰ ਆਪਾਂ ਕੋਇਨਸੀਡੈਂਟ ਲਾਈਨਸ ਕਹਿੰਦੇ ਆ। ਕੰਸਿਸਟੈਂਟ ਮਤਲਬ ਸੰਗਤ। ਇਹ ਸੰਗਤ ਆਪਣਾ ਸਹੀ ਹੈ, ਇਹ ਉਹ ਲਾਈਨਸ ਹੁੰਦੀਆਂ ਜਿਨ੍ਹਾਂ ਦਾ ਇੱਕ ਹੱਲ ਹੁੰਦਾ, ਇੱਕ ਜਾਂ ਇੱਕ ਤੋਂ ਵੱਧ ਹੱਲ ਹੁੰਦਾ। ਇਨਕੰਸਿਸਟੈਂਟ ਅਸੰਗਤ, ਇਹ ਉਹ ਸਿਚੁਏਸ਼ਨ ਹੁੰਦੀ ਹੈ ਜਦ ਆਪਣੇ ਕੋਲ ਕੋਈ ਹੱਲ ਨਹੀਂ ਹੁੰਦਾ। ਇਹ ਪੈਰਲਲ ਲਾਈਨਸ ਨੂੰ ਮਤਲਬ ਕਿ ਸਮਾਨਾਂਤਰ ਰੇਖਾਵਾਂ ਨੂੰ ਕਿਹਾ ਜਾਂਦਾ ਹੈ, ਕਿਉਂਕਿ ਸਮਾਨਾਂਤਰ ਰੇਖਾਵਾਂ ਕਦੀ ਵੀ ਆਪਸ ਵਿੱਚ ਨਹੀਂ ਮਿਲਦੀਆਂ ਤਾਂ ਇਹਨਾਂ ਦਾ ਕੋਈ ਵੀ ਹੱਲ ਨਹੀਂ ਹੁੰਦਾ, ਤਾਂ ਇਹਨਾਂ ਨੂੰ ਆਪਾਂ ਅਸੰਗਤ ਮਤਲਬ ਕਿ ਇਨਕੰਸਿਸਟੈਂਟ ਕਹਿੰਦੇ ਆ। ਤਾਂ ਆਪਣਾ ਆਨਸਰ ਆਏਗਾ ਕਿ ਕੰਸਿਸਟੈਂਟ, ਹਾਂ ਆਪਣੇ ਕੋਲ ਇੱਕ ਹੱਲ ਹੈ। ਤਾਂ ਬੀ ਇਜ਼ ਦਾ ਰਾਈਟ ਆਪਸ਼ਨ। ਦੂਜਾ ਸਵਾਲ ਹੈ ਸਾਰੇ ਵਰਗ ਡੈਸ਼ ਹੁੰਦੇ ਹਨ। ਆਲ ਸਕੁਅਰਸ ਆਰ ਡੈਸ਼। ਕੌਨਗਰੂਐਂਟ, ਸਿਮਿਲਰ, ਇਕੁਅਲ, ਨਨ ਆਫ ਦਿਸ। ਸਰਬੰਗਸਮ, ਸਮਰੂਪ, ਬਰਾਬਰ, ਇਹਨਾਂ ਵਿੱਚੋਂ ਕੋਈ ਨਹੀਂ। ਸਰਬੰਗਸਮ ਉਹ ਹੁੰਦੇ ਨੇ ਕੌਨਗਰੂਐਂਟ ਜਿਹੜੇ ਬਿਲਕੁਲ ਹੀ ਸੇਮ ਹੁੰਦੇ ਹਨ, ਲੰਬਾਈ, ਚੌੜਾਈ, ਉਚਾਈ 'ਚ ਹਰ ਪਾਸੋਂ। ਜਿਵੇਂ ਕਿ ਆਪਾਂ ਕਹੀਏ ਕਿ ਅਗਰ ਮੈਂ 2 ਸਰਕਲ ਡਰਾ ਕਰਾਂ ਅਤੇ ਉਹਨਾਂ ਦੇ ਰੇਡੀਅਸ ਮਤਲਬ ਕਿ ਅਰਧ ਵਿਆਸ ਬਰਾਬਰ ਹੋਣ ਤਾਂ ਉਹ ਸਰਬੰਗਸਮ ਹੋ ਜਾਣਗੇ। ਮੰਨ ਲਓ ਇਹਦਾ 5 ਸੈਂਟੀਮੀਟਰ ਹੈ, ਇਹਦਾ ਵੀ 5 ਸੈਂਟੀਮੀਟਰ, ਅਗਰ ਰੇਡੀਅਸ ਲੈ ਕੇ ਆਪਾਂ 2 ਸਰਕਲ ਬਣਾਈਏ ਤਾਂ ਇਹ ਸਰਬੰਗਸਮ ਹੋ ਜਾਣਗੇ। ਸਿਮਿਲਰ, ਕੋਈ ਵੀ 2 ਸਰਕਲ, ਇੱਕ ਛੋਟਾ ਅਤੇ ਇੱਕ ਬੜਾ, ਇਹ ਸਿਮਿਲਰ ਹੁੰਦੇ ਹਨ। ਤਾਂ ਸਾਰੇ ਸਕੁਅਰ, ਕਿਉਂਕਿ ਅਗਰ ਤਾਂ ਸਕੁਅਰ ਦੀ ਸਾਈਡਸ, ਅਗਰ ਆਪਾਂ 2 ਸਕੁਅਰ ਬਣਾਈਏ, ਇਹਨਾਂ ਦੋਨਾਂ ਦੀ ਸਾਈਡਸ ਵੀ ਬਰਾਬਰ ਹੋਣ ਤਾਂ ਹੋ ਜਾਣਗੇ ਕੌਨਗਰੂਐਂਟ, ਪਰ ਅਗਰ ਸਾਈਡਸ ਬਰਾਬਰ ਨਹੀਂ ਹੈ ਤਾਂ ਉਹ ਸਿਮਿਲਰ ਹੋ ਜਾਣਗੇ। ਇਕੁਅਲ, ਬਰਾਬਰ ਇਹ ਨਹੀਂ ਹੋ ਸਕਦਾ, ਕਿਉਂਕਿ ਕਿਸੇ ਵੀ 2 ਡਾਇਗਰਾਮਸ ਨੂੰ ਆਪਾਂ ਇਕੁਅਲ ਨਹੀਂ ਕਹਿੰਦੇ, ਜਾਂ ਤਾਂ ਆਪਾਂ ਸਿਮਿਲਰ ਕਹਿੰਦੇ ਹਾਂ ਜਾਂ ਕੌਨਗਰੂਐਂਟ ਕਹਿੰਦੇ ਹਾਂ। ਨਨ ਆਫ ਦਿਸ ਤਾਂ ਹੈ ਨਹੀਂ, ਕਿਉਂਕਿ ਆਪਣਾ ਨੂੰ ਸਿਮਿਲਰ ਆਪਣਾ ਆਨਸਰ ਮਿਲ ਚੁੱਕਿਆ। ਤੀਜਾ ਕੁਐਸਚਨ ਹੈ ਇਫ M is the midpoint of line segment AB then what will be the ratio of AM and PM। ਜੇਕਰ ਰੇਖਾਖੰਡ AB ਦਾ ਮੱਧ ਬਿੰਦੂ M ਹੈ ਤਾਂ AM ਅਤੇ BM ਦਾ ਅਨੁਪਾਤ ਡੈਸ਼ ਹੋਵੇਗਾ। ਆਹ ਡਾਇਗਰਾਮ ਦੇ ਵਿੱਚ ਦੇਖੋ AB ਹੈ, M ਇਸ ਦਾ ਮੱਧ ਬਿੰਦੂ ਹੈ, M is the midpoint of this line। ਤਾਂ ਆਪਾਂ ਨੂੰ ਅਨੁਪਾਤ ਪੁੱਛਿਆ AM ਤੇ BM ਦਾ, ਤਾਂ ਅਨੁਪਾਤ ਨਿਕਾਲਣ ਲਈ ਆਪਾਂ AM ਅਪੋਨ BM ਇਹਨੂੰ ਫਾਈਂਡ ਕਰਾਂਗੇ। ਜੇ ਦੋਨੋਂ ਬਰਾਬਰ ਹੈ, ਮੰਨ ਲੈਂਦੇ ਆਪਾਂ ਦੋਨੋਂ ਹੀ x ਦੇ ਬਰਾਬਰ ਹੈ, AM ਔਰ BM x ਦੇ ਬਰਾਬਰ ਹੈ, ਤਾਂ ਇਹ x ਅਪੋਨ x ਆ ਜਾਏਗਾ, x ਨਾਲ x ਕੱਟ ਜਾਏਗਾ, 1/1, ਮਤਲਬ ਕਿ ਆਪਣੇ ਕੋਲ 1:1, 1:1 ਆਪਣਾ ਆਨਸਰ ਮਿਲਦਾ ਹੈ, ਤਾਂ ਡੀ ਆਪਸ਼ਨ ਹੋ ਜਾਏਗਾ। ਚੌਥਾ ਸਵਾਲ ਹੈ ਬੱਚੋ cot ਸਕੁਅਰ +1 ਬਰਾਬਰ ਸਾਈਨ ਸਕੁਅਰ, cos ਸਕੁਅਰ, secant ਸਕੁਅਰ ਤੇ cosecant ਸਕੁਅਰ। ਆਪਾਂ 3 ਆਈਡੈਂਟੀਟੀਜ਼ ਕੀਤੀਆਂ ਸੀਗੀਆਂ ਕਿ ਸਾਈਨ ਸਕੁਅਰ ਪਲੱਸ cos ਸਕੁਅਰ ਇਕੁਅਲ ਟੂ 1 ਹੁੰਦਾ ਹੈ, secant ਸਕੁਅਰ ਮਾਈਨਸ tan ਸਕੁਅਰ ਇਕੁਅਲਸ ਟੂ 1 ਹੁੰਦਾ ਹੈ, ਅਤੇ cosecant ਸਕੁਅਰ ਮਾਈਨਸ cot ਸਕੁਅਰ। ਆਪਾਂ ਤੀਜੀ ਯੂਜ਼ ਕਰਾਂਗੇ। ਤੀਜੀ ਆਈਡੈਂਟੀਟੀ ਸੀ ਕਿ cosecant ਸਕੁਅਰ ਮਾਈਨਸ cot ਸਕੁਅਰ ਇਹ 1 ਦੇ ਬਰਾਬਰ ਹੁੰਦਾ ਹੈ। ਤਾਂ ਜੇ ਮੈਂ cot ਸਕੁਅਰ ਨੂੰ ਉੱਧਰ ਲੈ ਜਾ ਤਾਂ cosecant ਸਕੁਅਰ A ਇਕੁਅਲ ਟੂ 1 ਪਲੱਸ cot ਸਕੁਅਰ A। ਤਾਂ 1 ਪਲੱਸ cot ਸਕੁਅਰ ਕਿਹਦੇ ਬਰਾਬਰ ਆ ਗਿਆ, cosecant ਸਕੁਅਰ A ਦੇ, ਤਾਂ ਡੀ ਆਪਸ਼ਨ ਆਪਣਾ ਸਹੀ ਹੋ ਜਾਏਗਾ। ਪੰਜਵਾਂ ਸਵਾਲ ਹੈ ਏਰੀਆ ਆਫ ਸੈਕਟਰ ਵਿਦ ਸੈਂਟਰਲ ਐਂਗਲ P' ਡਿਗਰੀ ਆਫ ਅ ਸਰਕਲ ਵਿਦ ਰੇਡੀਅਸ R ਇਜ਼। ਅਰਧ ਵਿਆਸ R ਵਾਲੇ ਚੱਕਰ ਦੇ ਉਸ ਅਰਧ ਵਿਆਸੀ ਖੰਡ ਦਾ ਖੇਤਰਫਲ ਡੈਸ਼ ਜਿਸ ਦਾ ਕੋਣ P ਡਿਗਰੀ ਹੈ। ਆ ਆਪਣੇ ਕੋਲ ਸਰਕਲ ਹੈ, ਸੈਂਟਰਲ ਐਂਗਲ ਸੈਂਟਰ O ਅਤੇ ਸੈਂਟਰਲ ਐਂਗਲ ਆਪਾਂ ਨੂੰ P ਦਿੱਤਾ ਹੋਇਆ ਹੈ, P ਡਿਗਰੀ। ਤਾਂ ਆ ਆਪਣਾ ਸੈਂਟਰਲ ਐਂਗਲ ਹੋ ਗਿਆ
P डिग्री। ये सैक्टर हो गया। उसने क्या एरिया ऑफ सैक्टर पता करना है, तो आ अपना सैक्टर हो गया जिसका ਸੈਂਟਰਲ ਐਂਗਲ P डिग्री है। तो ਫਾਰਮੂਲਾ ਹੁੰਦਾ ਹੈ ਜਨਰਲੀ ਆਪਾਂ ਥੀਟਾ ਨਾਲ ਯਾਦ ਕੀਤਾ ਹੋਇਆ ਵੀ ਥੀਟਾ ਅਪੋਨ 360 ਇੰਟੂ ਪਾਈ ਆਰ ਸਕੁਅਰ। ਇਹ ਆਪਣੇ ਕੋਲ ਫਾਰਮੂਲਾ ਹੈ। ਥੀਟਾ ਉਰੇ P ਹੈ ਤਾਂ P डिग्री ਅਪੋਨ 360 ਪਾਈ ਆਰ ਸਕੁਅਰ, ਇਹ ਆਪਣਾ ਫਾਰਮੂਲਾ ਬਣ ਜਾਂਦਾ ਹੈ। ਤਾਂ ਆਪਾਂ ਧਿਆਨ ਨਾਲ ਦੇਖੀਏ ਤਾਂ ਇਹ ਵੀ ਨਹੀਂ ਮੈਚ ਕਰਦਾ ਪਿਆ, ਕਿਉਂਕਿ ਅਗਰ ਆਪਾਂ ਦੋ ਨੂੰ ਆਰ ਸਕੁਅਰ ਹੀ ਨਹੀਂ ਹੈਗਾ ਪਹਿਲੀ ਗੱਲ ਤਾਂ ਉਰੇ। ਅੱਛਾ ਆਰ ਕੈਪੀਟਲ ਹੈ ਤਾਂ ਆਪਾਂ ਉਰੇ ਕੈਪੀਟਲ ਆਰ ਹੀ ਯੂਜ਼ ਕਰਾਂਗੇ। ਆ ਵੀ ਨਹੀਂ ਮੈਚ ਕਰਦਾ ਪਿਆ, 2 ਪਾਈ ਆਰ ਸਕੁਅਰ ਆ ਗਿਆ। ਜੇ 2 ਨੂੰ ਕੱਟ ਵੀ ਦਈਏ ਤਾਂ ਵੀ ਉਰੇ 90 ਆਉਂਦਾ ਹੈ। ਆ ਵੀ ਨਹੀਂ ਮੈਚ ਕਰਦਾ ਪਿਆ। ਆ ਥੋੜਾ ਮੈਚ ਕਰ ਜੂਗਾ ਅਗਰ ਆਪਾਂ 2 ਔਰ 720 ਦੀ ਕਟਿੰਗ ਕਰ ਦਈਏ। 2 ਅਪੋਨ 720 डिग्री ਇਹ ਕੱਟ ਕੇ 360 डिग्री ਰਹਿ ਜੂਗਾ। ਤਾਂ ਆਪਣੇ ਕੋਲ ਡੀ ਆਪਸ਼ਨ ਜਿਹੜੀ ਹੈ P ਅਪੋਨ 720 ਇਹ ਕੱਟ ਕੇ 360 डिग्री ਰਹਿ ਜੂਗੀ, ਇਹ ਮੈਚ ਕਰ ਜੂਗੀ। ਤਾਂ ਡੀ ਆਪਸ਼ਨ ਆਪਣਾ ਸਹੀ ਆਨਸਰ ਹੈ। 6ਵਾਂ ਸਵਾਲ ਹੈ ਤਾਂ ਬਹੁਤ ਹੀ ਆਸਾਨ ਹੈ। ਇਨ ਦਾ ਗਿਵਨ ਡਾਇਗਰਾਮ ਦਾ ਟੋਏ ਕੰਸਿਸਟ ਆਫ ਡੈਸ਼ ਐਂਡ ਡੈਸ਼। ਆ ਤੁਹਾਨੂੰ ਇੱਕ ਟੋਏ ਦਿੱਤਾ ਹੋਇਆ ਤੇ ਉਹ ਪੁੱਛ ਰਿਹਾ ਇਹ ਟੋਏ, ਇਹ ਜਿਹੜਾ ਖਿਡੌਣਾ ਹੈ ਇਹ ਕਿਸ ਕਿਸ ਚੀਜ਼ ਦਾ ਬਣਿਆ ਹੋਇਆ ਹੈ। ਪਹਿਲੀ ਆਪਸ਼ਨ ਹੈ ਕੋਨ ਅਤੇ ਕੋਨ ਐਂਡ ਸਫੀਅਰ, ਸ਼ੰਕੂ ਅਤੇ ਗੋਲਾ। ਦੇਖੋ ਆਪਾਂ ਪਹਿਲਾਂ ਦੇਖ ਹੀ ਲਈਏ, ਇਹ ਉੱਪਰਲਾ ਪੋਰਸ਼ਨ ਆਪਾਂ ਨੂੰ ਪਤਾ ਇੱਕ ਸ਼ੰਕੂ ਹੈ, ਇੱਕ ਕੋਨ ਹੈ, ਤੇ ਨਿਚਲਾ ਜਿਹੜਾ ਪੋਰਸ਼ਨ ਹੈ ਉਹ ਇੱਕ ਅਰਧ ਗੋਲਾ ਹੈ, ਮਤਲਬ ਕਿ ਇੱਕ ਹੈਮੀਸਫੀਅਰ ਹੈ। ਤਾਂ ਆਪਣੇ ਕੋਲ ਕੋਨ ਤੇ ਹੈਮੀਸਫੀਅਰ ਦੀ ਬੀ ਆਪਸ਼ਨ ਪਈ ਹੈ, ਸ਼ੰਕੂ ਅਤੇ ਅਰਧ ਗੋਲਾ। ਤਾਂ ਆਪਣਾ ਬੀ ਆਪਸ਼ਨ ਸਹੀ ਹੋਏਗਾ। 7ਵਾਂ ਸਵਾਲ ਹੈ ਵਿਚ ਆਫ ਦ ਫਲੋਇੰਗ ਇਜ਼ ਨਾਟ ਏ ਮੈਜ਼ਰ ਆਫ ਸੈਂਟਰਲ ਟੈਂਡੈਂਸੀ। ਨਿਮਨ ਵਿੱਚੋਂ ਡੈਸ਼ ਕੇਂਦਰੀ ਪਰਿਵਰਤੀ ਦਾ ਮਾਪ ਨਹੀਂ ਹੈ। ਕੇਂਦਰੀ ਪਰਿਵਰਤੀ ਮਤਲਬ ਕਿ ਸੈਂਟਰਲ ਟੈਂਡੈਂਸੀ ਦੇ ਤਿੰਨ ਹੀ ਮੈਜ਼ਰ ਹੁੰਦੇ ਆ ਬੱਚੇ, ਉਹ ਹੁੰਦਾ ਮੀਨ, ਮੀਡੀਅਨ ਤੇ ਮੋਡ। ਇਹ ਤਿੰਨੋਂ ਸੈਂਟਰਲ ਟੈਂਡੈਂਸੀ ਦੇ ਮੈਜ਼ਰ ਹੈ, ਮਤਲਬ ਕਿ ਮੱਧਮਾਨ, ਮੱਧਿਕਾ ਅਤੇ ਬਹੁਲਕ ਇਹ ਤਿੰਨੋਂ ਹੈ। ਮਤਲਬ ਕਿ ਕਿਹੜਾ ਨਹੀਂ ਹੈ, ਰੇਂਜ ਨਹੀਂ ਹੈ, ਡੀ ਆਪਸ਼ਨ ਨਹੀਂ ਆਏਗਾ। ਅਗਲਾ ਕੁਐਸਚਨ ਹੈ ਅ ਕੁਆइन ਇਜ਼ ਟੌਸਡ ਵੰਸ, ਵਾਟ ਇਜ਼ ਦ ਪ੍ਰੋਬੇਬਿਲਿਟੀ ਆਫ ਫਾਈਂਡਿੰਗ ਅ ਹੈਡ। ਇੱਕ ਸਿੱਕੇ ਨੂੰ ਇੱਕ ਵਾਰ ਉਛਾਲਿਆ ਜਾਂਦਾ ਹੈ, ਇੱਕ ਚਿੱਤ ਪ੍ਰਾਪਤ ਕਰਨ ਦੀ ਸੰਭਾਵਨਾ ਡੈਸ਼ ਹੋਵੇਗੀ। ਪ੍ਰੋਬੇਬਿਲਿਟੀ ਦਾ ਫਾਰਮੂਲਾ ਹੁੰਦਾ ਬੱਚੇ ਨੰਬਰ ਆਫ ਫੇਵਰੇਬਲ ਆਊਟਕਮਸ ਅਪੋਨ ਨੰਬਰ ਆਫ ਟੋਟਲ। ਮਤਲਬ ਕਿ ਆਪਾਂ ਅਪੋਨ ਕਰਨਾ ਹੁੰਦਾ ਹੈ, ਅਪੋਨ ਦੇ ਵਿੱਚ ਨੀਚੇ ਜਿੰਨੀ ਪੂਰੀ ਟੋਟਲ ਸੰਭਾਵਨਾਵਾਂ ਉਹ ਨੀਚੇ ਆ ਜਾਂਦੀਆਂ ਤੇ ਉੱਪਰ ਜਿੰਨੀ ਲੋੜੀਂਦਾ ਆਪਾਂ ਨੂੰ ਚਾਹੀਦੀਆਂ ਹੁੰਦੀਆਂ। ਹੁਣ ਜਦ ਆਪਾਂ ਇੱਕ ਸਿੱਕਾ ਉਛਾਲਾਂਗੇ ਤਾਂ ਹੈਡ ਅਤੇ ਟੇਲ, ਹੈਡ ਐਂਡ ਟੇਲ ਇਹ ਦੋ ਸੰਭਾਵਨਾਵਾਂ ਬਣਦੀਆਂ, ਮਤਲਬ ਕਿ ਦੋ ਨੀਚੇ ਆ ਜਾਏਗਾ। ਆਪਾਂ ਨੂੰ ਹੈਡ ਚਾਹੀਦਾ ਤਾਂ ਹੈਡ ਇੱਕੋ ਵਾਰ ਹੈ ਤਾਂ ਇੱਕ ਉੱਪਰ ਆ ਜਾਏਗਾ, ਤਾਂ 1/2 ਆਪਣਾ ਆਨਸਰ ਹੋਏਗਾ। ਹਾਂਜੀ ਬੱਚੋ, ਇਹ ਆਪਣੇ ਫਿਲ ਇਨ ਦੇ ਬਲੈਂਕਸ ਖਤਮ ਹੋ ਗਏ। ਹੁਣ ਆਪਣੇ ਕੋਲ ਸਬਜੈਕਟਿਵ ਟਾਈਪ ਕੁਐਸਚਨ ਆ ਗਏ ਜਿਨ੍ਹਾਂ ਨੂੰ ਆਪਾਂ ਨੂੰ ਲਿਖ ਕੇ ਸੋਲਵ ਕਰਕੇ ਦਿਖਾਉਣਾ ਪਏਗਾ। ਤਾਂ ਉਸ ਦੇ ਵਿੱਚ ਪਹਿਲਾ ਕੁਐਸਚਨ ਹੈ ਆਪਣਾ ਫਾਈਂਡ HCF ਆਫ 96 ਐਂਡ 404 ਬਾਈ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ। ਅਬਾਚ ਗੁਣਨਖੰਡ ਵਿਧੀ ਦੁਆਰਾ 96 ਅਤੇ 404 ਦਾ HCF ਪਤਾ ਕਰੋ। ਤਾਂ ਸਭ ਤੋਂ ਪਹਿਲਾਂ ਆਪਾਂ ਇਹਦੇ ਫੈਕਟਰ ਬਣਾਵਾਂਗੇ। 96 ਤੇ 404 ਕਿਹਾ ਗਿਆ ਆਪਾਂ ਨੂੰ, ਤਾਂ 96 ਦੇ ਫੈਕਟਰ ਪ੍ਰਾਈਮ ਫੈਕਟਰਾਈਜੇਸ਼ਨ ਸਭ ਤੋਂ ਪਹਿਲਾਂ 2 ਤੋਂ ਸ਼ੁਰੂ ਕਰਦੇ ਹਾਂ। 4 ਦੂਣੀ 8, 8 ਦੂਣੀ 16, ਫਿਰ 2 ਤੇ ਕਰਾਂਗੇ 2 ਦੂਣੀ 4, 4 ਦੂਣੀ 8, ਫਿਰ 2 ਤੇ ਕਰਾਂਗੇ 12 ਆ ਜਾਏਗਾ, ਫਿਰ ਦੁਬਾਰਾ 2 ਤੇ ਕਰਾਂਗੇ ਤਾਂ 6 ਆ ਜਾਏਗਾ, ਫਿਰ ਦੁਬਾਰਾ 2 ਤੇ ਕਰਾਂਗੇ 3 ਆ ਜਾਏਗਾ। ਮਤਲਬ ਕਿ ਆਪਣੇ ਕੋਲ ਇਹ 96 ਦੇ ਪ੍ਰਾਈਮ ਫੈਕਟਰਾਈਜੇਸ਼ਨ ਬਣ ਗਈ। ਉਸ ਤੋਂ ਬਾਅਦ ਉਸਨੇ ਪੁੱਛਿਆ ਸੀ ਆਪਾਂ ਨੇ ਤੋਂ 404 ਦੀ, ਤਾਂ 404 ਦੀ ਵੀ ਐਵੇਂ ਹੀ ਆਪਾਂ ਪ੍ਰਾਈਮ ਫੈਕਟਰਾਈਜੇਸ਼ਨ ਬਣਾ ਲਾਂਗੇ। ਪਹਿਲਾਂ 2 ਤੇ 2 0 2, ਜੇ 2 ਤੇ ਭਾਗ ਹੁੰਦਾ ਤਾਂ 2 ਤੇ ਕਰਾਂਗੇ, ਫਿਰ 2 ਤੇ ਕਰਾਂਗੇ ਤਾਂ ਆਪਣੇ ਕੋਲ ਆ ਜਾਊਗਾ 1 0 1। ਹੁਣ ਆਪਾਂ ਨੇ ਇਹ ਸੋਚਣਾ ਇਹ ਇਸ ਤੋਂ ਅੱਗੇ ਭਾਗ ਨਹੀਂ ਹੋਏਗਾ ਕਿਉਂਕਿ ਇਹ ਇੱਕ ਪ੍ਰਾਈਮ ਨੰਬਰ ਆ ਗਿਆ ਆਪਣੇ ਕੋਲ। ਤਾਂ ਆਪਣੇ ਕੋਲ ਫੈਕਟਰ ਬਣ ਚੁੱਕੇ ਹਨ 96 ਦੇ ਤੇ 404 ਦੇ, ਤੇ ਆਪਾਂ ਇਹ ਫੈਕਟਰ ਲਿਖ ਲਾਂਗੇ। 96 ਦੇ ਸਾਰੇ ਫੈਕਟਰ ਆਪਾਂ ਲਿਖ ਲਾਂਗੇ। 2 ਆਇਆ ਆਪਣੇ ਕੋਲ 5 ਵਾਰੀ, ਤਾਂ 2 ਗੁਣਾ 2 3 ਵਾਰੀ, ਇਹ ਹੋ ਗਿਆ 4 ਤੇ 5 ਵਾਰੀ ਲਿਖਣ ਤੋਂ ਬਾਅਦ ਗੁਣਾ 3, ਤੇ 101 ਦੇ ਜੋ ਫੈਕਟਰ ਬਣੇ ਉਹ ਲਿਖ ਲਾਂਗੇ 2 ਗੁਣਾ 2 ਗੁਣਾ 101। ਇਹ ਆਪਾਂ ਫੈਕਟਰ ਲਿਖ ਲਏ। ਤਾਂ ਜਦ ਆਪਾਂ ਨੇ HCF ਫਾਈਂਡ ਕਰਨਾ ਹੁੰਦਾ ਹਾਈਐਸਟ ਕਾਮਨ ਨੰਬਰ, ਹਾਈਐਸਟ ਕਾਮਨ ਫੈਕਟਰ HCF,
ठीक है ना। गुणनखंड विधि द्वारा ਆਪਾਂ ਨੇ ਇਹਦਾ HCF ਪਤਾ ਕਰਨਾ ਹੈ ਤਾਂ HCF ਪਤਾ ਕਰਨ ਲਈ ਆਪਾਂ ਕੀ ਦੇਖਦੇ ਹੁੰਦੇ ਹਾਂ ਕਿ ਕਾਮਨ ਕਿਆ ਹੈ। ਤੁਸੀਂ ਦੇਖੋ ਇਹਨਾਂ ਵਿੱਚ 2 ਕਾਮਨ ਹੈ ਤਾਂ 2 ਆ ਜਾਏਗਾ ਉਰੇ, 2 ਫਿਰ ਦੁਬਾਰਾ ਕਾਮਨ ਹੈ ਗੁਣਾ 2। ਉਸ ਤੋਂ ਬਾਅਦ ਕੋਈ ਵੀ ਨੰਬਰ ਐਸਾ ਨਹੀਂ ਹੈ ਜਿਹੜਾ ਦੋਨਾਂ ਦੇ ਵਿੱਚ ਹੋਵੇ ਤਾਂ ਆਪਾਂ ਉਰੇ ਛੱਡ ਦਾਂਗੇ ਇਸ ਨੂੰ, 2 ਗੁਣਾ 2 ਆਪਣਾ 4 ਆਂਸਰ ਆ ਜਾਏਗਾ ਤਾਂ 4 HCF ਆ ਗਿਆ। अगला सवाल है बच्चों, फाइंड अ क्वाड्रेटिक इक्वेशन हुज सम एंड प्रोडक्ट ऑफ रूट इज -3 एंड 2। एक दो घाती बहुपद पता करो जिस दे सिफरा का जोड़ ਅਤੇ गुणनफल क्रमवार -3 ਅਤੇ 2 हो। तो आप मान लें कि लेट द क्वाड्रेटिक इक्वेशन बी ax स्क्वेयर प्लस bx प्लस c इक्वल्स टू 0। ये अपनी स्टैंडर्ड जी क्वाड्रेटिक इक्वेशन है आप ले ली। उस तो बाद आप इसका सम ऑफ फ्रूट्स का जो फॉर्मूला होंगे वो आप पहला भी डिस्कस किया कि सम ऑफ फ्रूट्स होंगे हैं -b अपॉन a तो प्रोडक्ट ऑफ फ्रूट्स होंगे प्रोडक्ट ऑफ फ्रूट्स हो जाता है c अपॉन a तो -b अपॉन a सम ऑफ फ्रूट्स जोड़ा है वो आपको दिता होया -3 तो प्रोडक्ट ऑफ फ्रूट सी अपॉन ए वो दिता होया आपां नूं 2 तो इत्थों दी आपां अगर इस दे नीचे 1 1 लगा दिए तो कंपैरिजन करके देखिए तो ए अपने कोल 1 आ रहा है। देखो बी अपॉन ए है 3 अपॉन 1 है ना, तो ए इत्थों दी 1 इत्थों भी 1 तो दिस इंप्लाइज दैट ए इज़ 1। अगर ए दी वैल्यू 1 है तो ए नूं छड्ड के अपने कोल -b जिहड़ा है वो -3 आ गया, ये कट गया है ना, -3 आ गया। ये भी छड़ दिए तो इत्थों दी सी कितना आ गया अपने को 2। ये नैगेटिव भी कट जूगा, मतलब कि ए दी वैल्यू आ गई 1, बी दी वैल्यू आ गई 3, सी दी वैल्यू आ गई 2, 1 3 ते 2। ये तीनों वैल्यूज़ आप उरे पुट कर देंगे। ए दी वैल्यू 1 पुट हो जूगी तो उरे एक्स स्क्वेयर ही रह जूगा, बी दी वैल्यू 3 पुट होएगी तो प्लस 3x आ जूगा, सी दी वैल्यू 2 आ जाएगी। तो यह बन गई अपनी क्वाड्रेटिक इक्वेशन, मतलब कि 2 घाती बहुपद। अगला सवाल है अपना, सॉल्व द गिवन लीनियर इक्वेशन। इन्होंने सॉल्व करना है अपने दिते समीकरण जोड़े नूं हल करो। हल करने का मतलब ये होंदा है कि अपने एक्स और वाई का मुल पता करना है, एक्स और वाई की वैल्यू फाइंड करनी है। तो उसके लिए सब तो पहला आप की करांगे, सब तो पहला तो आप इन्हां इक्वेशनस नूं लिखी लेने एक बारी कि x प्लस 3y इक्वल टू 5 तो दूजी इक्वेशन आ गई 2x -3y इक्वल टू 12। उस तो बाद की करना है बच्चों, ਆਪਾਂ ਨੇ x या y ਦੇ ਕੋਫੀਸ਼ੀਐਂਟ सेम करने हैं। ਤੁਸੀਂ अगर ध्यान नाल देखो तो y ਦੇ ਕੋਫੀਸ਼ੀਐਂਟ पहला ही सेम ने, y ਦਾ ਕੋਫੀਸ਼ੀਐਂਟ ਉਰੇ 3 है तो उरे -3 है। तो जे मैं इन्हों जोड़दा, जोड़न ते क्या होएगा, x प्लस 2x हो जाएगा 3x, 3y माइनस y कट जाएंगे तो ये कितना आ जाऊगा 12 ते 5 जुड़ के आ जाऊगा अपने को 17। तो x का मुल कितना आ जाएगा 17/3। उस तो बाद अगर मैं इसकी वैल्यू उरे पुट करदा तो 17/3 प्लस 3y इक्वल टू 5। मैंने की किया x की वैल्यू 17/3 उरे पुट कर दी तो इसनों उधर ले जाओ, मतलब कि 3y इज इक्वल टू 5 माइनस ये उधर जाके माइनस का हो जाएगा 17/3। एलसीएम ले लिए इसका, 3 एलसीएम आ जाएगा, 3 एलसीएम आने तो बाद ऊपर जाके मल्टीप्लाई होके 15 माइनस 17 बन जाऊगा, 15 माइनस 17 मतलब कि -2/3। तो 3y की वैल्यू आ गई -2/3। तो इसका मतलब y जोड़ा हैगा ये 3 भी नीचे आ जाऊगा -2/9 बन जाएगा। x की वैल्यू आई सी 17/3, y की वैल्यू आ गई -2/9 तो अपने को 17/3 -2/9 इस द सोल्यूशन आ गया। 7वां सवाल है, अगर DE BC दे पैलर है तो इस डायग्राम च देखो आ DE BC दे पैलर दी हुई है, फाइंड द वैल्यू ऑफ x की वैल्यू पता करनी है। DE BC दे पैलर तो x का अपने मुल पता करना है। तो इस दे विच बच्चे आपां नूं पता है कि आपां ने थेल्स थ्योरम की है, बेसिक प्रोपोर्शनैलिटी थ्योरम जिसनों आपां कहने हैं कि अगर DE BC दे पैलर है, इफ DE इज पैरेलल टू BC, देयरफॉर क्या हो जाता है बाय थेल्स थ्योरम AD अपॉन DB
इज इक्वल टू AE अपॉन EC। ये थेल्स थ्योरम की प्रॉपर्टी है, AD अपॉन DB इक्वल टू AE अपॉन EC। AD क्या है 1.5, DB कितना है 3, AE है 1 तो EC है X। पॉइंटा वाली टर्म्स ਨਾਲ ਬੱਚੇ ਜ਼ਿਆਦਾਤਰ ਕਨਫਿਊਜ਼ ਹੋ ਜਾਂਦੇ ਆ, ਤਾਂ ਇਹਨੂੰ ਸਿੰਪਲੀਫਾਈ ਕਰਨ ਦਾ ਤਰੀਕਾ ਹੈ ਕਿ ਪੁਆਇੰਟ ਹਟਾ ਕੇ ਤਾਂ ਆਪਾਂ ਨੀਚੇ 0 ਲਗਾ ਸਕਦੇ ਹਾਂ। ਤਾਂ 15 ਆ ਪੁਆਇੰਟ ਹਟ ਜਾਏਗਾ ਤਾਂ ਨੀਚੇ 0 ਆ ਜਾਏਗਾ। 1/x ਇਸ ਦੀ ਕਟਿੰਗ ਕਰੀਏ ਤਾਂ ਸਿੱਧੀ ਸਿੱਧੀ 15 दूना 30, ठीक है, ऊपर 1 आ गया तो क्रॉस मल्टीप्लाई करके x की वैल्यू अपने को 2 आ जाएगी। तो ये अपना आंसर है। 8वां सवाल, फाइंड द कोऑर्डिनेट ऑफ द पॉइंट विच डिवाइड्स अ लाइन सेगमेंट ज्वाइनिंग पॉइंट दिस एंड दिस इंटरनली इन 3:1। एक ऐसे बिंदु के ਆਪਾਂ ਨੇ निर्देशांक पता करने हैं जो 4 -3 ਅਤੇ 8 5 ਨੂੰ ਅੰਦਰੂਨੀ ਤੌਰ ਤੇ 3:1 ਵਿੱਚ ਵੰਡਦਾ ਹੋਵੇ। ਇਸ ਨੂੰ ਡਾਇਗਰਾਮ ਦੇ ਵਿੱਚ ਸਮਝਦੇ ਹਾਂ। ਆ ਆਪਣੇ ਕੋਲ ਮੰਨ ਲਓ ਜਿਹੜਾ ਪਹਿਲਾ ਪੁਆਇੰਟ ਹੈ 4 -3 ਆ ਗਿਆ, ਆ ਦੂਜਾ ਪੁਆਇੰਟ ਹੋ ਗਿਆ 8 5। ਜੇ ਇਹਨਾਂ ਨੂੰ ਨਾਮ ਦਈਏ, ਮੰਨ ਲਓ ਇਹ P ਨਾਮ ਦਿੱਤੇ ਆ ਤੇ ਇਸ ਨੂੰ Q ਨਾਮ ਦਿੱਤੇ ਆ, ਤੇ ਆਪਾਂ ਨੇ ਇੱਕ R ਪੁਆਇੰਟ ਇਸ ਤਰ੍ਹਾਂ ਦਾ ਲੱਭਣਾ ਹੈ ਜਿਹੜਾ ਕਿ ਇਸ ਨੂੰ 3:1 3:1 ਦੇ ਵਿੱਚ ਡਿਵਾਈਡ ਕਰਦਾ ਹੋਵੇ। ਤਾਂ ਇਸ ਨੂੰ ਕਰਨ ਦਾ ਤਰੀਕਾ ਕੀ ਸੀਗਾ ਆਪਣਾ, ਕਿ ਆਪਾਂ 3 ਨੂੰ ਇੱਧਰਲੇ ਪਾਸੇ ਮਲਟੀਪਲਾਈ ਕਰਦੇ ਹਾਂ ਤੇ 1 ਨੂੰ ਇੱਧਰਲੇ ਪਾਸੇ ਮਲਟੀਪਲਾਈ ਕਰਦੇ ਹਾਂ। ਤਾਂ 3 ਨੂੰ 8 ਨਾਲ ਗੁਣਾ ਕਰਾਂਗੇ, 3 ਗੁਣਾ 8, 3 ਨੂੰ 8 ਨਾਲ ਗੁਣਾ ਕਰਾਂਗੇ ਪਲੱਸ 1 ਨੂੰ 4 ਨਾਲ ਗੁਣਾ ਕਰਾਂਗੇ, 1 ਗੁਣਾ 4 ਬਟੇ 3 ਪਲੱਸ 1, ਜੋ ਵੀ ਅਨੁਪਾਤ ਹੁੰਦਾ ਉਹਦਾ ਜੋੜ ਨੀਚੇ ਆ ਜਾਂਦਾ ਹੈ। ਤੇ ਉਸ ਤੋਂ ਬਾਅਦ ਫਿਰ y ਲਈ ਵੀ ਐਵੇਂ 3 ਗੁਣਾ 5 ਪਲੱਸ 1 ਗੁਣਾ -3 ਦੋ ਸਾਈਨ ਆਪਾਂ ਇਕੱਠੇ ਨਹੀਂ ਪਾਉਂਦੇ ਤਾਂ ਇਹਨੂੰ ਬ੍ਰੈਕਟ 'ਚ ਪਾ ਲੈਂਦੇ ਹਾਂ। ਤੇ ਉਸ ਤੋਂ ਬਾਅਦ ਨੀਚੇ ਫਿਰ ਦੁਬਾਰਾ ਤੋਂ 3 + 1, ਬਸ ਇਹ ਆਪਣਾ ਆਨਸਰ ਆ ਗਿਆ। ਇਹਨੂੰ ਆਪਾਂ ਹੁਣ ਸੋਲਵ ਕਰ ਲਾਂਗੇ। 8 ਤੀਆ 24 ਹੋ ਗਿਆ ਪਲੱਸ 4 ਬਟੇ 4 ਕੌਮਾ 5 ਤੀਏ 15 -3 ਬਟੇ 4। ਤੇ ਇਹ ਆਪਣੇ ਕੋਲ 24 + 4 ਹੋ ਗਿਆ 28, 28 ਬਟੇ 4 कॉमा 15 -3 हो गया 12, 12 बटे 4। जे कटिंग होंगी है तो आप जरूर करनी चाहिए है। ये देखो 4 तीए 12, ये कट गया तो 7 चौक 28 होंगे, 4 एकम 4 तो 7 चौका 28, 7 4 के पहाड़े तो भी कट जूगा। तो 7,3 ये अपना आंसर आ गया। तो मतलब कि 7 3 निर्देशांक ने R पॉइंट के जोड़े P Q ਨੂੰ ਅੰਦਰੂਨੀ ਤੌਰ ਤੇ ਇੰਟਰਨਲੀ 3:1 ਦੇ ਅਨੁਪਾਤ ਵਿੱਚ ਵੰਡ ਰਹੇ ਨੇ। ਸਾਈਨ A ਦਾ ਮੁੱਲ ਅਗਰ 3/4 ਹੈ ਤਾਂ tan A ਦਾ ਮੁੱਲ ਪਤਾ ਕਰੋ। ਇਹ ਆਪਾਂ ਪਹਿਲਾਂ ਵੀ ਕੀਤਾ ਹੈ, ਆਪਾਂ ਇਹਨੂੰ ਫਟਾਫਟ ਕਰ ਲਾਂਗੇ। ਆਪਾਂ ਇੱਕ ਡਾਇਗਰਾਮ ਬਣਾਉਂਦੇ ਹਾਂ। ਸਾਈਨ ਪਤਾ ਆਪਾਂ ਨੂੰ ਪਰਪੈਂਡੀਕੂਲਰ ਅਪੋਨ ਹਾਈਪੋਟਨਿਊਸ ਹੁੰਦਾ ਹੈ, ਤਾਂ ਇਹ 3 ਹੋ ਗਿਆ ਤੇ ਹਾਈਪੋਟਨਿਊਸ 4 ਹੋ ਗਈ। ਇਹ 90 ਦੇ ਸਾਹਮਣੇ ਵਾਲੀ ਸਾਈਡ ਹਾਈਪੋਟਨਿਊਸ ਹੁੰਦੀ ਹੈ। ਤੇ ਸਭ ਤੋਂ ਪਹਿਲਾ ਕੰਮ ਹੈ ਆਪਾਂ ਨੂੰ ਬੇਸ ਪਤਾ ਕਰਨਾ ਪਏਗਾ। ਬੇਸ ਨੂੰ ਅਗਰ ਮੈਂ x ਮੰਨ ਲਾਂ ਤਾਂ 3 ਦਾ ਸਕੁਅਰ प्लस x का स्क्वायर बराबर 4 का स्क्वायर आ जाएगा। ये हो गया 9 प्लस x स्क्वायर बराबर 16, x स्क्वायर आ जाएगा 16 - 9, ये आ गया 7। तो x √ 7 आ गया। तो हुण आपां ने पता करना सी tan A। तो tan A जिहड़ा है उहदी वैल्यू हुंदी है परपेंडिकुलर अपॉन बेस, मतलब कि 3/x तो x का मुੱਲ आपां पता कर चुके हैं, ये हैगा √7। ये अपनी tan A की वैल्यू आ गई।